ਜਿਹੜੀ ਐਨਸੀਆਰਬੀ ਉਹ ਕਿਉਂ ਬਣੀ ਹੈਗੀ ਕਿ ਨਸ਼ੇ ਨੂੰ ਰੋਕਣ ਦੀ ਇੱਕ ਏਜੰਸੀ ਹੈ। ਉਸੇ ਦੇ ਉੱਤੇ ਐਲੀਗੇਸ਼ਨ ਲੱਗ ਗਿਆ, ਉਸਦੇ ਵੱਡੇ ਅਫਸਰ ਤੇ ਐਲੀਗੇਸ਼ਨ ਲੱਗ ਗਿਆ ਕਿ ਉਹ 25 ਕਰੋੜ ਰੁਪਈਆ ਲੈ ਰਿਹਾ। ਇਹ ਜਿਹੜਾ ਨੈਕਸਸ ਹੈਗਾ ਅਫਸਰਾਂ ਦਾ, ਪੋਲੀਟੀਸ਼ੀਅਨਾਂ ਦਾ ਤੇ ਤਸਕਰਾਂ ਦਾ, ਇਹ ਮਿਲ ਜੁਲ ਕੇ ਕੰਮ ਕਰਦਾ। ਪੋਲੀਟੀਸ਼ੀਅਨਾਂ ਦੀ ਸਰਪ੍ਰਸਤੀ ਹੁੰਦੀ ਹੈ ਨਸ਼ੇ ਦੇ ਮਾਮਲੇ ਦੇ ਅੰਦਰ, ਜਿਹੜੀ ਸਰਪ੍ਰਸਤੀ ਹੈਗੀ ਉਹ ਅਫਸਰਾਂ ਦੀ ਹੁੰਦੀ ਹੈ। ਤਾਂ ਜਦੋਂ ਸਾਰੇ ਮਿਲ ਜਾਣਗੇ ਤਾਂ ਫਿਰ ਕੌਣ ਬਚਾਏਗਾ ਜਵਾਨੀ। ਮਤਲਬ ਲਾਇਆ ਜਾਂਦਾ ਮੁੰਡਿਆਂ ਨੂੰ ਨਸ਼ਿਆਂ ਤੇ, ਨੌਜਵਾਨ ਪੀੜ੍ਹੀ ਨੂੰ ਲਾਇਆ ਜਾਂਦਾ। ਨਸ਼ਾ ਖਤਮ ਹੋਊਗਾ ਜਾਂ ਸਰਕਾਰਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਇਸ ਨੂੰ ਲੈ ਕੇ? ਸਰਕਾਰਾਂ ਨਸ਼ੇ ਦੇ ਰਹੀਆਂ ਨੇ। ਆ ਜਿਹੜੀ ਇੱਕ ਗੋਲੀ ਲਾਈ ਹੋਈ ਆ ਪਿੰਡਾਂ 'ਚ, ਲਾਈਨਾਂ ਲੱਗ ਜਾਂਦੀਆਂ, ਤੁਸੀਂ ਤਾਂ ਦੇਖਦੇ ਹੀ ਹੋ ਕਿਵੇਂ ਲਾਈਨਾਂ ਲਾ ਕੇ ਲੜ ਰਹੇ ਹੁੰਦੇ ਨੇ। ਜਿਹੜਾ ਨਸ਼ਾ ਕਰਦਾ ਉਹ ਹਮੇਸ਼ਾ ਪੀੜਤ ਹੁੰਦਾ, ਉਹਨੂੰ ਪੀੜਤ ਵਾਂਗੂ ਟਰੀਟ ਕਰਨਾ ਚਾਹੀਦਾ, ਨਾ ਕਿ ਦੋਸ਼ੀ ਵਾਂਗੂ। ਅਸੀਂ ਇੱਥੇ ਦੇਖ ਰਹੇ ਹਾਂ ਕਿ ਛੋਟੇ ਛੋਟੇ ਵਿਚਾਰੇ ਜਿਹੜੇ ਪੀਣ ਵਾਲੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਾ ਦਿੰਦੇ। ਜਿਹੜੇ ਉਹ ਵੱਡੇ ਤਸਕਰ ਨੇ, ਜਿਹੜੀਆਂ ਵੱਡੀਆਂ ਮੱਛੀਆਂ ਨੇ, ਵੱਡੇ ਮਗਰਮੱਛ ਨੇ, ਉਹਨਾਂ ਦਾ ਲੱਕ ਕਦੋਂ ਤੋੜਿਆ ਜਾਂਦਾ? ਜਿਹੜੇ ਇੰਟਰਨੈਸ਼ਨਲ ਡਰੱਗ ਤਸਕਰ ਨੇ। ਪੰਜਾਬ ਦੇ ਵਿੱਚ ਵੀ ਐਸਟੀਐਫ ਦੀਆਂ ਰਿਪੋਰਟਾਂ ਨੂੰ ਲੈ ਕੇ ਚਰਚਾਵਾਂ, ਉਹ ਰਿਪੋਰਟਾਂ ਖੁੱਲ੍ਹ ਸਕਦੀਆਂ? ਸਵਾਲ ਤਾਂ ਹੈ ਕਿ ਜਿਹੜੀ ਗੱਲ ਦੇ ਉੱਤੇ ਅਸੀਂ 40 ਸਾਲ ਤੋਂ ਗੱਲ ਕਰ ਰਹੇ ਹਾਂ, 30 ਸਾਲ ਤੋਂ ਗੱਲ ਕਰ ਰਹੇ ਹਾਂ, ਉਹ ਘਟੀਆ ਜਾਂ ਵਧੀਆ? ਗੱਲ ਮੰਨਣੀ ਪਏਗੀ ਕਿ ਪੰਜਾਬ 'ਚ ਨਸ਼ਾ ਹੈ ਤੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਿਵੇਂ ਕਰਨਾ। ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਉਹ ਐਜੂਕੇਸ਼ਨ ਨਹੀਂ ਹੈ, ਇਸੇ ਕਰਕੇ ਸਾਡੇ ਵਿਦਵਾਨ ਪੈਦਾ ਨਹੀਂ ਹੁੰਦੇ। ਯੂਥ ਦੀ એનર્ਜੀ ਜੋ ਤੱਕ ਤੁਸੀਂ ਚੈਨਲਾਈਜ਼ ਨਹੀਂ ਕਰਦੇ, ਜਦੋਂ ਗਰਾਊਂਡਾਂ ਚੈਨਲਾਈਜ਼ ਹੋ ਜਾਂ ਲਾਇਬ੍ਰੇਰੀਆਂ 'ਚ ਹੋ, એનર્ਜੀ ਚੈਨਲਾਈਜ਼ ਨਹੀਂ ਹੁੰਦੀ, ਉਹ ਇੰਨਾ એનર્ਜੈਟਿਕ ਬੰਦਾ ਫਿਰ ਚਾਹੁੰਦਾ। ਉਹ ਦੋਸ਼ੀ ਨਹੀਂ ਹੈਗਾ। ਦੋਸ਼ੀ ਉਹ ਜਿਹੜਾ ਵੇਚ ਰਿਹਾ ਹੈਗਾ, ਜਿਹਨੇ ਇਹ ਜਵਾਨੀ ਨੂੰ ਲਾਇਆ, ਜਿਹੜਾ ਉਪਲਬਧ ਕਰਵਾ ਰਿਹਾ ਹੈਗਾ। ਪੀਣ ਵਾਲੇ ਨਾਲੋਂ ਵੇਚਣ ਵਾਲਾ ਹੈ। ਪੀਣ ਵਾਲੇ ਨੂੰ ਟਰੀਟ ਕਰਨਾ ਚਾਹੀਦਾ ਇੱਕ ਪੀੜਤ ਦੇ ਤੌਰ ਤੇ, ਇੱਕ ਮਰੀਜ਼ ਦੇ ਤੌਰ ਤੇ। ਵੇਚਣ ਵਾਲੇ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਮਾਮਾ ਦੇ ਪੁੱਤੋਂ ਮਾਰ ਰਿਹਾ। ਨਸ਼ੇ ਦਾ ਨੈਕਸਸ ਕੀ ਆ? ਨਸ਼ੇ ਦੀ ਕਹਾਣੀ ਅਫਸਰਾਂ ਤੇ ਲੀਡਰਾਂ ਦੇ ਨਾਲ ਕਿਉਂ ਜੁੜ ਜਾਂਦੀ ਹੈ? ਇਸੇ ਨੂੰ ਕਰਾਂਗੇ ਡੀਕੋਡ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ। ਯਾਦਵਿੰਦਰ ਜੀ, ਸ਼ਾਹਰੁਖ ਖਾਨ ਦੇ ਲੜਕੇ ਨੂੰ ਫੜਨ ਵਾਲੇ ਅਫਸਰ ਦੇ ਉੱਤੇ 25 ਕਰੋੜ ਦੇ ਐਲੀਗੇਸ਼ਨ ਲੱਗ ਰਹੇ ਆ, ਕੀ ਕਾਰਨ ਹੈ? ਦੇਖੋ, ਜਿਹੜਾ ਸਮੀਰ ਵਾਨਖੇੜੇ ਅਫਸਰ ਹੈਗਾ, ਇਹ ਵੱਡੇ ਵੱਡੇ ਦਾਅਵੇ ਕਰ ਰਿਹਾ ਸੀਗਾ ਤੇ ਇਸੇ ਦੇ ਉੱਤੇ ਹੀ ਐਲੀਗੇਸ਼ਨ ਲੱਗੇ ਕਿ 25 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਹੈ। 8 ਕਰੋੜ ਰੁਪਇਆ ਪਹਿਲਾਂ ਦੇਣ ਦੀ ਗੱਲ, ਬਹੁਤ ਸਾਰੀਆਂ ਗੱਲਾਂ ਚੱਲੀਆਂ। ਬਹੁਤ ਸਾਰੇ ਹੁਣ ਸ਼ਾਹਰੁਖ ਖਾਨ ਨੂੰ ਸੈਲੀਬ੍ਰੇਟ ਕਰ ਰਹੇ ਨੇ ਕਿ ਸ਼ਾਹਰੁਖ ਖਾਨ ਨਹੀਂ ਮੰਨੇ ਇਸ ਪੈਸੇ ਦੇਣ ਦੇ ਉੱਤੇ, ਇਹ ਕਰਪਸ਼ਨ ਜਿਹੜੀ ਲਈ ਜਾ ਰਹੀ ਸੀ ਉਹਦੇ ਵੱਲੋਂ। ਪਰ ਅਸਲ 'ਚ ਇਹ ਗੱਲ, ਕਹਾਣੀ ਬਹੁਤ ਕੁਝ ਕਹਿ ਰਹੀ ਹੈ ਕਿ ਜਿਹੜੇ ਨਸ਼ੇ ਨੂੰ ਰੋਕਣ ਵਾਲੇ ਲੋਕ ਨੇ, ਜਿਨ੍ਹਾਂ ਦੀ ਡਿਊਟੀ ਇਸ ਗੱਲ ਦੇ ਲਈ ਲੱਗੀ ਹੈ ਕਿ ਤੁਸੀਂ ਨਸ਼ਾ ਰੋਕੋ। ਜਿਹੜੀ ਐਨਸੀਆਰਬੀ ਉਹ ਕਿਉਂ ਬਣੀ ਹੈਗੀ ਕਿ ਨਸ਼ੇ ਨੂੰ ਰੋਕਣ ਦੀ ਇੱਕ ਏਜੰਸੀ ਹੈ। ਉਸੇ ਦੇ ਉੱਤੇ ਐਲੀਗੇਸ਼ਨ ਲੱਗ ਗਿਆ, ਉਸਦੇ ਵੱਡੇ ਅਫਸਰ ਤੇ ਐਲੀਗੇਸ਼ਨ ਲੱਗ ਗਿਆ ਕਿ ਉਹ 25 ਕਰੋੜ ਰੁਪਈਆ ਲੈ ਰਿਹਾ। ਇਹਦਾ ਮਤਲਬ ਦਾਲ 'ਚ ਕੁਝ ਕਾਲਾ ਨਹੀਂ ਹੈ, ਦਾਲ ਹੀ ਕਾਲੀ ਹੈ। ਯਾਨੀ ਨਸ਼ੇ ਦੇ ਮਸਲੇ 'ਚ ਬਹੁਤ ਈਜ਼ੀ ਮਨੀ ਬਣਦੀ ਹੈ। ਨਸ਼ੇ ਬਾਰੇ ਦੁਨੀਆ 'ਤੇ ਕਿਹਾ ਜਾਂਦਾ ਹੈ ਗੱਲ ਕਿ ਨਸ਼ਾ ਸਭ ਤੋਂ ਈਜ਼ੀ ਮਨੀ ਹੈ। ਤਾਂ ਈਜ਼ੀ ਮਨੀ ਕਿਵੇਂ ਬਣੇਗੀ? ਸੌਖੇ ਤਰੀਕੇ ਨਾਲ ਪੈਸਾ ਕਿਵੇਂ ਬਣੇਗਾ? ਜਦੋਂ ਤੁਸੀਂ ਕਿਸੇ ਨੂੰ ਡਰੱਗ 'ਚ ਫਸਾ ਦੋਗੇ, ਜਦੋਂ ਤੁਸੀਂ ਕਿਸੇ ਨੇ ਤੋਂ ਡਰੱਗ ਫੜ ਲਓਗੇ, ਜਦੋਂ ਉਹਦੇ 'ਚ ਹੋਰ ਬਹੁਤ ਸਾਰਾ ਕੁਝ ਹੋਊਗਾ। ਸਾਨੂੰ ਨਹੀਂ ਪਤਾ ਅਸਲ ਫੈਕਟ ਕੀ ਨੇ, ਪਰ ਇਹ ਕਹਾਣੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਜਿਸ ਤਰੀਕੇ ਨਾਲ ਅੱਜ ਸਪੈਸ਼ਲ 26 ਦਾ ਜ਼ਿਕਰ ਕੀਤਾ, ਉੱਥੋਂ ਦੇ ਜਿਹੜੇ ਮੰਤਰੀ ਨੇ, ਨਵਾਬ ਮਲਿਕ MLA ਰਹੇ ਨੇ, ਬੜੇ ਪੁਰਾਣੇ ਉਹ ਪੋਲੀਟੀਸ਼ੀਅਨ ਨੇ, ਤਾਂ ਉਹਨਾਂ ਨੇ ਜ਼ਿਕਰ ਕੀਤਾ ਅਸਲ 'ਚ ਇੱਕ ਨੈਕਸਸ ਆ ਪੂਰਾ ਪੋਲੀਟੀਸ਼ੀਅਨਾਂ ਦਾ, ਅਫਸਰਾਂ ਦਾ ਤੇ ਤਸਕਰਾਂ ਦਾ। ਇਹ ਜਿਹੜਾ ਨੈਕਸਸ ਹੈਗਾ ਅਫਸਰਾਂ ਦਾ, ਪੋਲੀਟੀਸ਼ੀਅਨਾਂ ਦਾ ਤੇ ਤਸਕਰਾਂ ਦਾ, ਇਹ ਮਿਲ ਜੁਲ ਕੇ ਕੰਮ ਕਰਦਾ। ਇਹਨਾਂ ਦੇ ਇੰਟਰਸਟ ਜਦੋਂ ਤਾਂ ਸੇਮ ਹੁੰਦੇ ਨੇ ਉਹ ਤਾਂ ਚੀਜ਼ਾਂ ਠੀਕ ਚੱਲਦੀਆਂ ਰਹਿੰਦੀਆਂ ਨੇ। ਜਦੋਂ ਇੰਟਰਸਟ ਵਾਚ ਨਹੀਂ ਹੁੰਦਾ ਇੱਕ ਦੂਜੇ, ਜਦੋਂ ਇੰਟਰਸਟਾਂ 'ਚ ਗੜਬੜ ਆਉਂਦਾ, ਯਾਨੀ ਜਦੋਂ ਤੱਕ ਕਿਸੇ ਤਿੰਨਾਂ ਨੂੰ ਲੱਗਦਾ ਗਾ ਕੋਈ ਇੱਕ ਸੇਮ ਪੇਜ ਦੇ ਉੱਤੇ ਨੇ ਕਿ ਆਪਾਂ ਕਰ ਲਈਏ, ਇਹਦੇ 'ਚੋਂ ਇੰਨਾ ਪੈਸਾ ਬਣ ਜੂਗਾ, ਜਦੋਂ ਤੱਕ ਤਾਂ ਉਹ ਠੀਕ ਹੁੰਦਾ ਚੱਲਦਾ। ਨਹੀਂ ਫਿਰ ਬਾਅਦ 'ਚੋਂ ਬਹੁਤ ਸਾਰੀਆਂ ਗੇਮਾਂ ਇੱਕ ਦੂਜੇ 'ਤੇ ਹੀ ਪਾਈਆਂ ਜਾਂਦੀਆਂ ਨੇ। ਇਸੇ ਕਰਕੇ ਤੁਸੀਂ ਦੇਖੋਗੇ ਜਦੋਂ ਵੀ ਨਸ਼ੇ ਦੇ ਮਸਲੇ 'ਚ ਕੋਈ ਵੱਡੇ ਨਾਂ ਆਏ ਨੇ, ਵੱਡੇ ਖੁਲਾਸੇ ਹੋਏ ਨੇ, ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਔਰ ਇਹ ਨਸ਼ੇ ਦਾ ਮਸਲਾ ਕੋਈ ਇਕੱਲਾ ਇੰਡੀਆ ਦਾ ਨਹੀਂ ਹੈ, ਪੰਜਾਬ ਦਾ ਨਹੀਂ ਹੈ, ਦੁਨੀਆ ਭਰ 'ਚ ਦੇਖ ਰਹੇ ਹਾਂ ਆਪਾਂ। ਕੱਲ੍ਹ ਹੀ ਖਬਰ ਦੇਖ ਰਹੇ ਹਾਂ ਕਿ ਜਿਹੜਾ ਕੋਲੰਬੀਆ ਦਾ ਪ੍ਰੈਜ਼ੀਡੈਂਟ ਉਹ ਆ ਕੇ ਸਾਹਮਣੇ ਕਹਿੰਦਾ ਕਿ ਉੱਥੋਂ ਦਾ ਸਭ ਤੋਂ ਵੱਡਾ ਜਿਹੜਾ ਨਸ਼ਾ ਤਸਕਰ ਆ ਉਹ ਫੜਿਆ ਗਿਆ। ਉਹਨਾਂ ਨੇ ਕਿੰਨੀ ਕਮਿਟਮੈਂਟ ਦੇ ਨਾਲ ਸਾਰੀਆਂ ਫੋਰਸਿਸ ਲਾ ਕੇ ਉਹਨੂੰ ਫੜਿਆ। ਪਰ ਇਹ ਗੇਮ ਚੱਲਦੀ ਕਿਵੇਂ ਆ? ਸਭ ਤੋਂ ਵੱਡੀ ਕਹਾਣੀ ਇਹ ਹੈ ਕਿ ਜਦੋਂ ਤੱਕ ਕਦੇ ਵੀ ਪੈਟਰਨਾਈਜੇਸ਼ਨ ਨਹੀਂ ਹੁੰਦੀ, ਨਸ਼ੇ ਦੇ ਮਾਮਲੇ 'ਚ ਹਮੇਸ਼ਾ ਪੈਟਰਨਾਈਜੇਸ਼ਨ ਹੁੰਦੀ ਹੈ, ਯਾਨੀ ਸਰਪ੍ਰਸਤੀ ਹੁੰਦੀ ਹੈ। ਪੋਲੀਟੀਸ਼ੀਅਨਾਂ ਦੀ ਸਰਪ੍ਰਸਤੀ ਹੁੰਦੀ ਹੈ ਨਸ਼ੇ ਦੇ ਮਾਮਲੇ ਦੇ ਅੰਦਰ। ਜਿਹੜੀ ਸਰਪ੍ਰਸਤੀ ਹੈਗੀ ਉਹ ਅਫਸਰਾਂ ਦੀ ਹੁੰਦੀ ਹੈ।
ਤਸਕਰ ਨੇ ਜਿਹੜੇ ਉਹ ਐਡੇ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇ ਕਿ ਉਹ ਆਪਣੇ ਤਰੀਕੇ ਨਾਲ ਸਾਰੇ ਤੰਤਰ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਨੇ। ਯਾਨੀ ਉਹ ਇੰਨੇ ਵੱਡੇ ਪੱਧਰ ਤੇ ਕਰਪਟ ਕਰ ਦਿੰਦੇ ਨੇ ਸਾਡੀ ਅਫਸਰਸ਼ਾਹੀ ਨੂੰ, ਇੰਨੇ ਵੱਡੇ ਪੱਧਰ ਤੇ ਕਰਪਟ ਕਰ ਦਿੰਦੇ ਨੇ ਸਾਡੀ ਪੋਲੀਟੀਕਲ ਕਲਾਸ ਨੂੰ, ਤੇ ਉਹ ਫਿਰ ਸਾਰਾ ਸਿਸਟਮ ਇੱਕ ਪੇਜ ਦੇ ਉੱਤੇ ਆ ਜਾਂਦਾ। ਜਦੋਂ ਸਾਰੇ ਹੀ ਮਿਲ ਜਾਣਗੇ ਤਾਂ ਫਿਰ ਕੌਣ ਬਚਾਏਗਾ ਜਵਾਨੀ। ਸਵਾਲ ਇਹ ਨਹੀਂ ਹੈ ਕਿ ਆਰਿਨ ਖਾਨ ਗਿਆ ਕਿਉਂ ਉੱਧਰ ਨੂੰ, ਇਹ ਕੀ ਸਾਡੇ ਲਈ ਸਵਾਲ ਹੈ? ਉਹ ਤਾਂ ਬੱਚਾ ਅਜੇ ਇੱਕ ਛੋਟੀ ਉਮਰ ਦਾ ਨੌਜਵਾਨ ਹੈਗਾ, ਉਹ ਉੱਧਰ ਨੂੰ ਚਲਾ ਗਿਆ। ਨਸ਼ੇ ਵੱਲ ਕੋਈ ਕਿਉਂ ਜਾ ਰਿਹਾ? ਨਸ਼ਾ ਜਦੋਂ ਮਾਰਕੀਟ 'ਚ ਉਪਲਬਧ ਹੋ, ਜਦੋਂ ਉਹਦੀ ਸਪਲਾਈ ਆ ਰਹੀ ਆ ਤਾਂ ਡਿਮਾਂਡ ਵੀ ਪੈਦਾ ਕਰ ਦਿੱਤੀ ਜਾਏਗੀ। ਇਹ ਸਪਲਾਈ ਲਿਆ ਕੇ ਫਿਰ ਡਿਮਾਂਡ ਪੈਦਾ ਕਰਦੇ। ਇਕਨੋਮਿਕਸ ਤਾਂ ਕਹਿੰਦੀ ਹੈ ਕਿ ਪਹਿਲਾਂ ਡਿਮਾਂਡ ਆਉਂਦੀ ਆ ਫਿਰ ਸਪਲਾਈ ਆਉਂਦੀ ਆ। ਇੱਥੇ ਪਹਿਲਾਂ ਸਪਲਾਈ ਆ ਤੇ ਬਾਅਦ 'ਚੋਂ ਡਿਮਾਂਡ ਆ। ਮਤਲਬ ਲਾਇਆ ਜਾਂਦਾ ਮੁੰਡਿਆਂ ਨੂੰ ਨਸ਼ਿਆਂ 'ਤੇ, ਨੌਜਵਾਨ ਪੀੜ੍ਹੀ ਨੂੰ ਲਾਇਆ ਜਾਂਦਾ, ਖਾਸ ਤੌਰ 'ਤੇ ਸਿੰਥੈਟਿਕ ਡਰੱਗ ਦੀ ਮੈਂ ਗੱਲ ਕਰ ਰਿਹਾ। ਇਸ ਕਰਕੇ ਬਹੁਤ ਸਾਰੀਆਂ ਕਹਾਣੀਆਂ ਨੇ ਜਿਨ੍ਹਾਂ ਦੇ ਭੇਦ ਬੰਬੇ ਵਾਲੇ ਕੇਸ 'ਚ ਖੁੱਲ੍ਹਣਗੇ, ਕਿਉਂਕਿ ਨਵਾਬ ਮਲਿਕ ਵੀ ਬਾਰ-ਬਾਰ ਬੋਲ ਰਹੇ ਨੇ, ਉੱਥੋਂ ਦੀ ਸਰਕਾਰ ਵੀ ਬਾਰ-ਬਾਰ ਬੋਲ ਰਹੀ ਹੈ, ਉੱਥੋਂ ਦੀ ਪੁਲਿਸ ਵੀ ਬਹੁਤ ਸਾਰਾ ਕੁਝ ਬੋਲੇਗੀ, ਇੱਧਰੋਂ ਕੇਂਦਰੀ ਏਜੰਸੀਆਂ ਵੀ ਬੋਲ ਰਹੀਆਂ ਨੇ, ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ ਔਰ ਸਮੀਰ ਵਾਨਖੇੜੇ ਦੀ ਪਤਨੀ ਵੀ ਬੋਲੀ ਹੈ। ਪਰ ਬਹੁਤ ਸਾਰੀਆਂ ਕਹਾਣੀਆਂ ਜੇ ਅਨਫੋਲਡ ਹੋਣੀਆਂ ਨੇ, ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਲੁਕੀਆਂ ਹੋਈਆਂ ਨੇ। ਉਹ ਕਹਾਣੀਆਂ ਸਾਹਮਣੇ ਆਉਣਗੀਆਂ ਤਾਂ ਪਤਾ ਲੱਗੇਗਾ ਕਿਸ ਤਰੀਕੇ ਦੇ ਨਾਲ ਦੇਸ਼ ਬਰਬਾਦ ਹੋ ਰਿਹਾ। ਪੰਜਾਬ ਦੇ ਵਿੱਚ ਵੀ ਐਸਟੀਐਫ ਦੀਆਂ ਰਿਪੋਰਟਾਂ ਨੂੰ ਲੈ ਕੇ ਚਰਚਾਵਾਂ ਨੇ, ਉਹ ਰਿਪੋਰਟਾਂ ਖੁੱਲ੍ਹ ਸਕਦੀਆਂ ਨੇ? ਦੇਖੋ, ਪੰਜਾਬ ਦੇ ਅੰਦਰ ਇਹ ਮਸਲਾ ਬਹੁਤ ਚਿਰ ਦਾ ਹਾਈ ਕੋਰਟ ਦੇ ਅੰਦਰ ਹੈ ਕਿ ਐਸਟੀਐਫ ਦੀ ਜਿਹੜੀ ਰਿਪੋਰਟ ਆ, ਖੁੱਲ੍ਹੇ ਦੋ ਰਿਪੋਰਟਾਂ ਦਾ ਜ਼ਿਕਰ ਅਕਸਰ ਹੁੰਦਾ ਕਿ ਕਰਪੀ ਸਿੱਧੂ ਵਾਲੀ ਹੈ, ਇੱਕ ਚਟੋਪਾਧਿਆਏ ਵਾਲੀ ਹੈ। ਅਸਲ 'ਚ ਮਸਲਾ ਜਿਹੜਾ ਮੈਂ ਪਹਿਲਾਂ ਵੀ ਇਸ਼ਾਰਾ ਕਰ ਰਿਹਾ ਸੀਗਾ ਕਿ ਨਸ਼ੇ ਦੇ ਮਸਲੇ ਦੇ ਉੱਤੇ ਬਹੁਤ ਸਾਰੀਆਂ ਐਸਆਈਟੀਆਂ, ਬਹੁਤ ਸਾਰੇ ਕਮਿਸ਼ਨ, ਬਹੁਤ ਸਾਰੀਆਂ ਕਮੇਟੀਆਂ ਬੈਠੀਆਂ ਨੇ ਹੁਣ ਤੱਕ। 30-30 ਸਾਲ ਪਹਿਲਾਂ ਇਸ ਦੇਸ਼ 'ਚ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਚੱਲਦਾ ਗਾ, ਕਿਵੇਂ ਬੰਬੇ ਦੇ ਅੰਦਰ ਹੀ ਇਹ ਸਾਰਾ ਕੁਝ ਸ਼ੁਰੂ ਹੁੰਦਾ ਗਾ, ਕਿਵੇਂ ਗੁਜਰਾਤ ਦੇ ਅੰਦਰ ਸ਼ੁਰੂ ਹੁੰਦਾ ਗਾ। ਉਹਦੇ 'ਤੇ ਵੱਡੀਆਂ ਟਿੱਪਣੀਆਂ ਨੇ ਕਮੇਟੀਆਂ ਦੀਆਂ, ਵੱਡੇ ਜੱਜਾਂ ਦੀਆਂ, ਪਰ ਅੱਜ ਤੱਕ ਕੀ ਨਸ਼ਾ ਰੁਕਿਆ? ਸਵਾਲ ਤਾਂ ਹੈ ਕਿ ਜਿਹੜੀ ਗੱਲ ਦੇ ਉੱਤੇ ਅਸੀਂ 40 ਸਾਲ ਤੋਂ ਗੱਲ ਕਰ ਰਹੇ ਹਾਂ, 30 ਸਾਲ ਤੋਂ ਗੱਲ ਕਰ ਰਹੇ ਹਾਂ, ਉਹ ਘਟੀ ਆ ਜਾਂ ਵਧੀ ਹੈ? ਉਹ ਵਧੀ ਹੈਗੀ। ਇਸ ਕਰਕੇ ਕਮੇਟੀਆਂ ਆਉਣਗੀਆਂ, ਰਿਪੋਰਟਾਂ ਖੁੱਲ੍ਹ ਜਾਣਗੀਆਂ। ਸਵਾਲ ਇਕੱਲਾ ਇਹ ਨਹੀਂ ਹੈਗਾ, ਰਿਪੋਰਟ ਖੁੱਲ੍ਹਣ ਤੱਕ ਦਾ ਮਸਲਾ ਨਹੀਂ ਹੈ। ਰਿਪੋਰਟ ਤਾਂ ਹਾਈ ਕੋਰਟ 'ਚ ਮੰਗ ਕਰ ਰਹੀ ਹੈ, ਕਾਂਗਰਸ ਪਾਰਟੀ ਦੀ ਸਰਕਾਰ, ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਰਿਪੋਰਟ ਖੁੱਲ੍ਹੇ। ਹਾਈ ਕੋਰਟ ਨੇ ਅੱਜ ਕਹਿ ਦਿੱਤਾ ਕਿ ਉਹ ਰਿਪੋਰਟ ਅਸੀਂ ਜਿਹੜਾ ਪਹਿਲਾਂ ਪੜ੍ਹਾਂਗੇ, ਸਾਡੇ ਕੋਲ ਰਿਪੋਰਟਾਂ ਆਉਣਗੀਆਂ, ਪਹਿਲਾਂ ਆਪਣੇ ਚੈਂਬਰਾਂ 'ਚ ਅਸੀਂ ਖੋਲਾਂਗੇ ਇੱਥੇ, ਉਸ ਤੋਂ ਬਾਅਦ ਉਹ ਅਸੀਂ ਅੱਗੇ ਦੇਖਾਂਗੇ ਕੀ ਹੁੰਦਾ। ਰਜਿਸਟਰਾਰ ਨੂੰ ਕਿਹਾ ਗਿਆ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਿਰਫ ਰਿਪੋਰਟਾਂ ਤੱਕ ਨਹੀਂ ਜੁੜੀਆਂ ਹੋਈਆਂ। ਰਿਪੋਰਟਾਂ ਖੁੱਲ੍ਹ ਜਾਣਗੀਆਂ, ਪੋਲੀਟੀਕਲੀ ਰੌਲਾ ਪੈ ਜਾਏਗਾ, ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਸ਼ੁਰੂ ਹੋ ਜਾਏਗੀ। ਕਾਂਗਰਸ ਅਕਾਲੀ ਦਲ 'ਤੇ ਕਰ ਦੇਗੀ, ਅਕਾਲੀ ਦਲ ਕਾਂਗਰਸ 'ਤੇ ਕਰ ਦੇਗਾ, ਬੀਜੇਪੀ ਕਰ ਦੇਗੀ, ਆਪ ਕਰ ਦੇਗੀ। ਇਹ ਤਾਂ ਸਿਆਸੀ ਖੇਡ ਹੁੰਦੀ ਰਹਿਣੀ ਆ। ਮਸਲਾ ਸਿਰਫ ਸਿਆਸੀ ਖੇਡ ਦਾ ਨਹੀਂ ਹੈ, ਮਸਲਾ ਪੰਜਾਬ ਨੂੰ ਬਚਾਉਣ ਦਾ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ। ਇਹ ਗੱਲ ਮੰਨਣੀ ਪਏਗੀ ਕਿ ਪੰਜਾਬ 'ਚ ਨਸ਼ਾ ਹੈ ਤੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਿਵੇਂ ਕਰਨਾ, ਦੇਸ਼ 'ਚ ਨਸ਼ਾ ਹੈ, ਦੇਸ਼ ਨੂੰ ਨਸ਼ੇ ਤੋਂ ਮੁਕਤ ਕਿਵੇਂ ਕਰਨਾ। ਇਹ ਸਵਾਲ ਸਾਰਿਆਂ ਸਾਹਮਣੇ ਹੋਣਾ ਚਾਹੀਦਾ। ਕਮੇਟੀਆਂ ਦੀਆਂ ਰਿਪੋਰਟਾਂ ਖੁੱਲ੍ਹਣੀਆਂ ਜਾਂ ਕਮੇਟੀ ਦੀਆਂ ਰਿਪੋਰਟਾਂ ਆ ਜਾਣਗੀਆਂ, ਉਹਦਾ ਬਹੁਤ ਸਾਰੀਆਂ ਮੰਗਾਂ ਨੇ, ਖੁੱਲ੍ਹ ਜਾਣਗੀਆਂ, ਪਰ ਮਸਲਾ ਉੱਥੇ ਤੱਕ ਨਹੀਂ ਹੈ। ਮੈਂ ਜਦੋਂ ਤੁਹਾਨੂੰ ਜ਼ਿਕਰ ਕਰ ਰਿਹਾ ਕਿ 30-30, 35-35, 40-40 ਸਾਲ ਪਹਿਲਾਂ ਇਸੇ ਦੇਸ਼ ਦੇ ਅੰਦਰ ਬਹੁਤ ਸਾਰਾ ਕੁਝ, ਕਮੇਟੀਆਂ ਬਣੀਆਂ, ਰਿਪੋਰਟਾਂ ਆਈਆਂ, ਕਿਹਾ ਗਿਆ ਦੇਸ਼ 'ਚੋਂ ਨਸ਼ਾ ਕਿਵੇਂ ਰੋਕੀਏ। ਅੱਜ ਤੱਕ ਨਸ਼ਾ ਕਿੰਨੇ ਬੁਰੇ ਤਰੀਕੇ ਨਾਲ ਵਧਿਆ ਗਾ, ਕਿੰਨੇ ਵੱਡੇ ਪੱਧਰ 'ਤੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਸਿੰਥੈਟਿਕ ਡਰੱਗ ਦਾ ਸ਼ਿਕਾਰ ਹੋਈ ਹੈਗੀ। ਦੂਜੀ ਡਰੱਗ ਪਹਿਲਾਂ ਵੀ ਰਹੀ ਹੈ, ਹਾਲਾਂਕਿ ਕੋਈ ਵਧੀਆ ਗੱਲ ਨਹੀਂ, ਪਰ ਉਹ ਪਹਿਲਾਂ ਰਹੀ ਹੈ। ਤੁਸੀਂ ਮਿਡੇਵਲ ਹਿਸਟਰੀ ਚਲੇ ਜਾਓ, ਤੁਸੀਂ ਮੈਥੋਲੋਜੀ 'ਚ ਦੇਖ ਲਓ, ਹਿਸਟਰੀ 'ਚ ਦੇਖ ਲਓ, ਨਸ਼ੇ ਦਾ ਇੱਕ ਰਿਹਾ ਗਾ। ਪਰ ਜਿਸ ਤਰੀਕੇ ਦਾ ਨਸ਼ਾ, ਜਿਹੜਾ ਬੰਦੇ ਨੂੰ ਖਾਣ ਵਾਲਾ ਨਸ਼ਾ ਗਾ, ਹਰ ਨਸ਼ਾ ਹੀ ਬੰਦੇ ਨੂੰ ਖਾਂਦਾ, ਹਰ ਨਸ਼ਾ ਹੀ ਨੁਕਸਾਨ ਕਰਦਾ, ਪਰ ਜਿਸ ਤਰ੍ਹਾਂ ਦਾ ਇਹ ਨਸ਼ਾ, ਇਹ ਤਾਂ ਮੁੰਡਾ ਜਿਹੜੇ ਕਰਨ ਲੱਗ ਜਾਂਦੇ ਨੇ 5-5 ਸਾਲ ਦੀ ਉਹਨਾਂ ਦੀ ਉਮਰ ਹੁੰਦੀ ਹੈ, ਬਾਅਦ 'ਚੋਂ 5-7 ਸਾਲ 'ਚੋਂ ਚਲੇ ਜਾਂਦੇ ਨੇਗੇ। ਜਿਹੜਾ ਬੰਦਾ ਵੀ ਚਿੱਟਾ ਪੀਣ ਲੱਗ ਜਾਂਦਾ ਉਹਦੀ ਉਮਰ 5-7 ਸਾਲ ਹੁੰਦੀ ਹੈ। ਜਦੋਂ ਪੀਣ ਲੱਗ ਗਿਆ ਤੇ ਉਦੋਂ ਬਾਅਦ 5-7 ਸਾਲ 'ਚੋਂ ਮਰ ਜਾਂਦਾ। ਇਸ ਕਰਕੇ ਇਸ ਨਸ਼ੇ ਨੇ ਬਹੁਤ ਵੱਡੇ ਪੱਧਰ 'ਤੇ ਬਰਬਾਦ ਕੀਤਾ ਔਰ ਇਸੇ ਨਸ਼ੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿਵੇਂ ਦੁਨੀਆ ਭਰ 'ਚ, ਦੇਸ਼ 'ਚ ਤੇ ਪੰਜਾਬ 'ਚ ਬਰਬਾਦੀ ਹੋਈ। ਤਾਂ ਸਵਾਲ ਕੱਲੀ ਰਿਪੋਰਟ ਦਾ ਨਹੀਂ ਹੈ, ਸਵਾਲ ਇਹਨਾਂ ਮਸਲਿਆਂ ਨੂੰ ਠੱਲ ਪਾਉਣ ਦਾ ਹਾਈ ਕੋਰਟ ਹੋਵੇ, ਸੁਪਰੀਮ ਕੋਰਟ ਹੋਵੇ, ਸਾਡੇ ਇੰਸਟੀਟਿਊਸ਼ਨ ਹੋਣ, ਇਹ ਗੱਲ ਵੱਲ ਧਿਆਨ ਦੇਣ ਕਿ ਪੂਰਾ ਮਸਲਾ ਕਿਵੇਂ ਹੱਲ ਹੋਵੇ, ਮਸਲੇ ਦੀ ਜੜ ਤੱਕ ਪਹੁੰਚਿਆ ਜਾਵੇ। ਯਾਦਵਿੰਦਰ ਜੀ, ਨਸ਼ਾ ਖਤਮ ਹੋਊਗਾ ਜਾਂ ਸਰਕਾਰਾਂ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਇਸ ਨੂੰ ਲੈ ਕੇ? ਦੇਖੋ, ਸਰਕਾਰਾਂ ਫਾਰਮੈਲਿਟੀ ਕਰਦੀਆਂ ਨੇ। ਆਪਾਂ ਦੇਖਿਆ ਜਿੰਨੀਆਂ ਸਰਕਾਰਾਂ ਪੰਜਾਬ 'ਚ ਰਹੀਆਂ, ਭਾਰਤ 'ਚ ਰਹੀਆਂ, ਇੱਕ ਫਾਰਮੈਲਿਟੀ ਹੁੰਦੀ ਹੈ। ਹੁਣ ਇੱਥੇ ਅਧਿਕਾਰਤ ਤੌਰ 'ਤੇ ਆਪਾਂ ਦੇਖ ਰਹੇ ਹਾਂ ਕਿ ਸਰਕਾਰਾਂ ਨਸ਼ੇ ਦੇ ਰਹੀਆਂ ਨੇ। ਆ ਜਿਹੜੀ ਇੱਕ ਗੋਲੀ ਲਾਈ ਹੋਈ ਹੈ, ਪਿੰਡਾਂ 'ਚ ਲਾਈਨਾਂ ਲੱਗ ਜਾਂਦੀਆਂ, ਤੁਸੀਂ ਤਾਂ ਦੇਖਦੇ ਹੀ ਹੋ ਕਿਵੇਂ ਲਾਈਨਾਂ ਲਾ ਕੇ ਲੜ ਰਹੇ ਹੁੰਦੇ ਨੇ, ਹੈ ਨਾ। ਉਹ ਪੀੜਤ ਨੇ, ਉਹਨਾਂ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ। ਜਿਹੜਾ ਨਸ਼ਾ ਕਰਦਾ ਉਹ ਹਮੇਸ਼ਾ ਪੀੜਤ ਹੁੰਦਾ, ਉਹਨੂੰ ਪੀੜਤ ਵਾਂਗੂ ਟਰੀਟ ਕਰਨਾ ਚਾਹੀਦਾ, ਨਾ ਕਿ ਦੋਸ਼ੀ ਵਾਂਗੂ। ਅਸੀਂ ਇੱਥੇ ਦੇਖ ਰਹੇ ਹਾਂ ਕਿ ਛੋਟੇ ਵਿਚਾਰੇ ਜਿਹੜੇ ਪੀਣ ਵਾਲੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਪਾ ਦਿੰਦੇ ਨੇ। ਉਹ ਤਾਂ ਬਿਮਾਰ ਹੈਗਾ, ਉਹ ਤਾਂ ਮਰੀਜ਼ ਹੈ,
ਜੇ ਕੋਈ ਨਸ਼ੇ ਤੇ ਲੱਗ ਗਿਆ, ਉਹ ਸਾਈਕੋਲੋਜੀਕਲ ਪ੍ਰੋਬਲਮ ਆ ਨਾ ਕੋਈ, ਤਾਂ ਸਾਈਕੋਲੋਜੀ ਦਾ ਤਾਂ ਇਲਾਜ ਹੁੰਦਾ ਨਾ ਬੰਦੇ ਦਾ। ਬੰਦੇ ਨੂੰ ਤੁਸੀਂ ਸਹੀ ਰਾਹ ਤੇ ਲੈ ਕੇ ਆਉਂਦੇ ਹੋ, ਕੋਈ ਅੰਮ੍ਰਿਤ ਛਕਾ ਕੇ ਲੈ ਕੇ ਆਉਂਦਾ ਧਰਮ ਦੇ ਜ਼ਰੀਏ, ਕੋਈ ਉਹਦੀ ਕਾਉਂਸਲਿੰਗ ਕਰਦਾ ਹੈਗਾ, ਕੋਈ ਕੁਛ ਕਰਦਾ, ਬਹੁਤ ਸਾਰੇ ਰਾਹ ਨੇ। ਉਹਦੇ 'ਚ ਇੱਕ ਰਾਹ ਧਰਮ ਵੀ ਹੈ, ਉਹਦੇ 'ਚ ਇੱਕ ਰਾਹ ਕੋਈ ਐਕਟਿਵਿਜ਼ਮ ਵੀ ਹੈ, ਉਹਦੇ 'ਚ NGOs ਨੇ, ਬਹੁਤ ਸਾਰਾ ਕੁਝ ਹੈ। ਪਰ ਸਰਕਾਰਾਂ ਕੀ ਕਰ ਰਹੀਆਂ ਨੇ? ਸਰਕਾਰਾਂ ਤਾਂ ਜਦੋਂ ਤੱਕ ਜਿਹੜੀ ਲੱਕ ਤੋੜਨ ਦੀ ਗੱਲ ਕੈਪਟਨ ਵੀ ਕਹਿੰਦੇ ਹੁੰਦੇ ਸੀ, ਉਦੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ, ਉਸ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਰਹੀਆਂ। ਅੱਜ ਦੀ ਖੇਡ ਨਹੀਂ ਹੈ, ਕਿਉਂਕਿ ਪੰਜਾਬ ਬਾਰਡਰ ਸਟੇਟ ਆ, ਇੱਥੇ ਬਾਰਡਰ ਦੇ ਜ਼ਰੀਏ ਨਸ਼ੇ ਦੀ ਜਲਦੀ ਐਂਟਰੀ ਹੁੰਦੀ ਹੈ। ਤਾਂ ਸਵਾਲ ਤਾਂ ਇਹ ਹੈਗਾ ਕਿ ਜਿਹੜੇ ਉਹ ਵੱਡੇ ਤਸਕਰ ਨੇ, ਜਿਹੜੀਆਂ ਵੱਡੀਆਂ ਮੱਛੀਆਂ ਨੇ, ਵੱਡੇ ਮਗਰਮੱਛ ਨੇ, ਉਹਨਾਂ ਦਾ ਲੱਕ ਕਦੋਂ ਤੋੜਿਆ ਜਾਂਦਾ? ਜਿਹੜੇ ਇੰਟਰਨੈਸ਼ਨਲ ਡਰੱਗ ਤਸਕਰ ਨੇ, ਜਿਹੜੇ ਪੰਜਾਬ ਦੀ ਜਵਾਨੀ ਨੂੰ, ਦੇਸ਼ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ। ਇੱਕ ਤਾਂ ਉਹ ਪੱਖ ਆ ਗਿਆ। ਦੂਜਾ ਪੱਖ ਜਿਹੜਾ ਖਤਮ ਕਰਨ ਵਾਲਾ ਇਹ ਹੈ ਕਿ ਤੁਸੀਂ ਜਿਹੜੇ ਲੋਕ ਲੱਗ ਗਏ ਨੇ ਉਹਨਾਂ ਨੂੰ ਪੀੜਤ ਮੰਨੋ, ਉਹਨਾਂ ਨੂੰ ਮਰੀਜ਼ ਮੰਨੋ, ਉਹਨਾਂ ਨੂੰ ਬਿਮਾਰ ਮੰਨੋ। ਉਹਨਾਂ ਦੇ ਨਾਲ ਤੁਹਾਡਾ ਇੱਕ ਸੰਵਾਦ ਹੋਣਾ ਚਾਹੀਦਾ ਗਾ। ਇਹ ਨਹੀਂ ਕਿ ਤਾਂ ਮਤਲਬ ਕੋਈ ਵੀ ਬੰਦਾ ਨਸ਼ਾ ਕਰ ਰਿਹਾ, ਉਹ ਕਿਉਂ ਕਰ ਰਿਹਾ, ਉਹਦੇ ਪਿੱਛੇ ਰੀਜ਼ਨ ਹੋਣਗੇ, ਕਾਰਨ ਹੋਣਗੇ। ਹਾਲਾਂਕਿ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਜੀ ਮੇਰਾ ਤਾਂ ਰੀਜ਼ਨ ਸੀ ਮੈਂ ਲੱਗ ਗਿਆ। ਇਹ ਕੋਈ ਵਧੀਆ ਗੱਲ ਨਹੀਂ ਹੈਗੀ, ਪਰ ਸਾਨੂੰ ਤਾਂ ਸੈਂਸਿਟਿਵਲੀ ਸਮਝਣਾ ਪਊਗਾ ਨਾ। ਉਹ ਤਾਂ ਇੱਕ ਮਰੀਜ਼ ਹੈ, ਉਹ ਕਿਸੇ ਗੱਲ ਦੇ ਉੱਤੇ ਲੱਗ ਗਿਆ, ਕਿਤੋਂ ਕੋਈ ਬਹੁਤ ਸਾਰੀਆਂ ਘਟਨਾਵਾਂ ਜ਼ਿੰਦਗੀ 'ਚ ਹੁੰਦੀਆਂ ਨੇ, ਬੰਦਾ ਲੱਗ ਜਾਂਦਾ ਗਾ। ਪਰ ਉਹਨੂੰ ਮੋੜ ਕੇ ਕਿਵੇਂ ਲਿਆਉਣਾ? ਸਾਡਾ ਏਜੰਡਾ ਉਹਨੂੰ ਮੋੜਨਾ, ਸਮਾਜ ਦਾ ਏਜੰਡਾ, ਮਾਪਿਆਂ ਦਾ ਏਜੰਡਾ, ਸਰਕਾਰਾਂ ਦਾ ਏਜੰਡਾ, NGOs ਦਾ ਏਜੰਡਾ, ਸਾਡੀਆਂ ਧਾਰਮਿਕ ਸੰਸਥਾਵਾਂ ਦਾ ਏਜੰਡਾ, ਉਸ ਨੂੰ ਮੋੜ ਕੇ ਲਿਆਉਣਾ। ਨਾ ਕਿ ਕਹਿਣਾ ਇਹਨੂੰ ਤਾਂ ਸਮਾਜ ਬਾਈਕਾਟ ਕਰ ਦਿਓ, ਇਹ ਤਾਂ ਦੋਸ਼ੀ ਹੈ। ਉਹ ਦੋਸ਼ੀ ਨਹੀਂ ਹੈਗਾ। ਦੋਸ਼ੀ ਉਹ ਜਿਹੜਾ ਵੇਚ ਰਿਹਾ ਹੈਗਾ, ਜਿਹਨੇ ਇਹ ਜਵਾਨੀ ਨੂੰ ਲਾਇਆ, ਜਿਹੜਾ ਉਪਲਬਧ ਕਰਵਾ ਰਿਹਾ ਹੈਗਾ, ਜਿਹੜਾ ਵੱਡੀਆਂ ਵੱਡੀਆਂ ਖੇਪਾਂ ਲਿਆ ਕੇ ਵੇਚਦਾ ਜਾਂ ਵਿਕਵਾਉਂਦਾ ਹੈਗਾ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈਗੀ। ਨਾ ਕਿ ਇਸ ਗੱਲ ਦੇ ਉੱਤੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ। ਜਦੋਂ ਤੱਕ ਇਹ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਏਗਾ, ਉਦੋਂ ਫਿਰ ਆਹੀ ਕੁਝ ਹੋਏਗਾ। ਉੱਥੇ ਕਰੂਜ਼ ਪਾਰਟੀ, ਦੇਖੋ ਇਹ ਤਾਂ ਗੱਲਾਂ ਨੇਗੀਆਂ, ਆਪਾਂ ਨੂੰ ਪਤਾ। ਵੱਡੇ ਸ਼ਹਿਰ ਨੇ ਜਿਹੜੇ ਬੰਬੇ ਆ, ਦਿੱਲੀ ਆ, ਪੂਨੇ ਆ, ਨਾਸਿਕ ਔਰ ਦੇਸ਼ ਦੇ ਹੋਰ ਵੱਡੇ ਸ਼ਹਿਰਾਂ 'ਚ ਕੀ ਹੁੰਦਾ ਗਾ। ਸੈਟਰਡੇ ਨੂੰ, ਸੰਡੇ ਨੂੰ ਕਿਵੇਂ ਪਾਰਟੀਆਂ ਹੁੰਦੀਆਂ ਨੇ, ਕਿਵੇਂ ਡਰੱਗ ਚੱਲਦੀ ਹੈ। ਇਹ ਤਾਂ ਕਿਸੇ ਤੋਂ ਲੁਕੀ ਹੋਈ ਗੱਲ ਤਾਂ ਹੈ ਹੀ ਨਹੀਂ ਗੀ। ਇਹ ਕੋਈ ਇੱਕ ਕਰੂਜ਼ ਦੀ ਪਾਰਟੀ ਦੀ ਗੱਲ ਥੋੜ੍ਹੀ ਹੈਗੀ ਕਿ ਸ਼ਾਹਰੁਖ ਖਾਨ ਦਾ ਮੁੰਡਾ ਉੱਥੇ ਸੀਗਾ। ਇਹ ਤਾਂ ਪਤਾ ਇਸ ਦੇਸ਼ ਦੇ ਅੰਦਰ, ਔਰ ਕਲਾਸ ਕਰਦੀ ਹੈ। ਕਲਾਸ ਦੇ ਲੋਕ ਜਿਹੜੇ ਐਲੀਟ ਕਲਾਸ ਹੈਗੇ, ਉਹ ਇਸ 'ਚ ਇਨਵੋਲਵ ਹੁੰਦੀ ਹੈ। ਇਹ ਕਿਵੇਂ ਪਾਰਟੀਆਂ ਹੁੰਦੀਆਂ ਨੇ, ਕਿਵੇਂ ਉੱਥੇ ਨਸ਼ਾ ਚੱਲਦਾ, ਸਭ ਨੂੰ ਪਤਾ। ਕਿੰਨੀਆਂ ਫਿਲਮਾਂ ਬਣ ਗਈਆਂ ਅਤੇ ਕਿੰਨੀਆਂ ਕਿਤਾਬਾਂ ਲਿਖੀਆਂ ਗਈਆਂ। ਇਸ ਕਰਕੇ ਇਹ ਗੱਲਾਂ ਨੂੰ ਲੁਕਾਉਣ ਵਾਲੀ ਗੱਲ ਨਹੀਂ ਹੈਗੀ। ਗੱਲ ਇਹ ਹੈਗਾ ਕਿ ਓਵਰਆਲ ਮਸਲੇ ਦਾ ਹੱਲ ਕੀ ਹੋਵੇ। ਇਹਦੇ 'ਤੇ ਇੱਕ ਟੋਟਲ ਸਰਕਾਰਾਂ ਨੂੰ ਇੱਕ ਪਲਾਨ ਬਣਾਉਣਾ ਚਾਹੀਦਾ। ਔਰ ਉਹਦੇ 'ਚ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਹੜੇ ਲੋਕ ਵੇਚਦੇ ਆ, ਉਹ 'ਤੇ ਸਖਤ ਤੋਂ ਸਖਤ ਕਾਨੂੰਨ ਹੋਵੇ। ਉਹਨਾਂ ਨੂੰ ਇਹੀ ਜੋ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ, ਉਹ ਕਦੇ ਬਾਹਰ ਨਾ ਆਉਣ ਸਕਣ ਜੇਲ੍ਹ 'ਚੋਂ, ਤਾਂ ਕਿ ਉਹਨਾਂ ਨੂੰ ਇੱਕ ਪਤਾ ਲੱਗੇ ਬਾਹਰ ਦੂਜਾ ਬੰਦਾ ਜਿਹੜਾ ਵੇਚ ਰਿਹਾ ਹੋਵੇ ਕਿ ਯਾਰ ਬਹੁਤ ਵੱਡੀ ਸਜ਼ਾ ਜੇ ਮੈਂ ਇਹ ਜੁਰਮ ਕਰੂੰਗਾ। ਇਹ ਨਹੀਂਗਾ ਕਿ ਕੀਤਾ ਮੁੜ ਕੇ ਜ਼ਮਾਨਤ ਹੋ ਗਈ, ਜ਼ਮਾਨਤ ਲੈ ਕੇ ਬਾਹਰ ਆਓ। ਪੀਣ ਵਾਲੇ ਨਾਲੋਂ ਵੇਚਣ ਵਾਲਾ, ਜਿਹੜਾ ਪੀਣ ਵਾਲੇ ਨੂੰ ਟਰੀਟ ਕਰਨਾ ਚਾਹੀਦਾ ਇੱਕ ਪੀੜਤ ਦੇ ਤੌਰ 'ਤੇ, ਇੱਕ ਮਰੀਜ਼ ਦੇ ਤੌਰ 'ਤੇ। ਵੇਚਣ ਵਾਲੇ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਮਾਵਾਂ ਦੇ ਪੁੱਤੋਂ ਮਾਰ ਰਿਹਾ। ਬਹੁਤ ਸਾਰੇ ਤਾਂ ਭੋਲੇ ਭਾਲੇ, ਆਪਾਂ ਵੀ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹੇ ਹਾਂ, ਦੇਖਿਆ। ਚੰਗੇ ਭਲੇ ਮੁੰਡੇ ਹੁੰਦੇ ਸੀ, ਥੋੜ੍ਹੇ ਜਿਹੇ ਦਿਨਾਂ ਬਾਅਦ ਮਿਲਣਾ, ਸਮੈਕ ਨਾ ਪੀਤੀ ਹੋਈ, ਚਿੱਟੇ ਨਾਲ ਡੱਕਿਆ ਹੋਇਆ। ਅਸੀਂ ਮਿਲੇ, ਕਦੇ ਬੱਸ ਸਟੈਂਡਾਂ 'ਤੇ ਮਿਲੇ, ਕਦੇ ਕਿਤੇ ਮਿਲੇ। ਮੈਂ ਬਹੁਤ ਸਾਰੇ ਜਾਣਦਾ ਗਾ ਜਦੋਂ ਕਾਲਜ ਪੜ੍ਹਦੇ ਸੀ ਯੂਨੀਵਰਸਿਟੀ। ਪਤਾ ਹੀ ਨਹੀਂ, ਕਦੇ ਸਹੁੰ ਨਹੀਂ ਖਾਂਦਾ ਹੁੰਦਾ ਸੀ ਬੰਦਾ ਕਿ ਯਾਰ ਨਹੀਂ, ਸਹੁੰ ਖਾਂਦਾ ਹੁੰਦਾ ਸੀ ਬੰਦਾ ਯਾਰ ਆਹ ਤਾਂ ਬੰਦਾ ਕਰੇ। ਬਾਅਦ 'ਚੋਂ ਦੇਖਣਾ ਉਹ ਚਿੱਟੇ 'ਤੇ ਲੱਗ ਗਿਆ, ਬਾਅਦ 'ਚ ਇਹ ਪਤਾ ਲੱਗਣਾ ਚਿੱਟੇ ਨਾਲ ਮੌਤ ਹੋ ਗਈ। ਅਤੇ ਇਹਦੇ ਲਈ ਕੌਣ ਕਸੂਰਵਾਰ? ਇਹਦੇ ਲਈ ਉਹ ਥੋੜ੍ਹੀ ਕਸੂਰਵਾਰ ਆ ਜਿਹੜਾ ਇੱਕ ਬਹੁਤ ਪੋਟੈਂਸ਼ੀਅਲ ਵਾਲੇ ਮੁੰਡੇ, ਮੈਂ ਕਹਿੰਦਾ ਇਸ ਦੀਆਂ ਅੱਖਾਂ ਨਾਲ ਦੇਖੇ ਹੋਏ ਸਾਡੇ ਮੁੰਡੇ ਜਿਹੜੇ ਸਾਡੇ ਪੜ੍ਹਦੇ ਸੀ ਜਿਹੜੇ ਦੌਰ ਦੇ ਅੰਦਰ, ਕਿ ਯਾਰ ਇਹ ਤਾਂ ਮੁੰਡੇ ਸਪੋਰਟਸ 'ਚ ਗੁੱਡ ਮੁੰਡੇ, ਕਿਸੇ ਵੀ ਮਤਲਬ ਪੜ੍ਹਨ 'ਚ ਵੀ ਵਧੀਆ, ਅਤੇ ਲਾ ਦਿੱਤੇ ਗਏ ਉਹ ਨਾਲ ਦੇ ਲਾ ਦਿੰਦੇ ਸੀ। ਅਤੇ ਨਾਲ ਦਾ ਕਿਵੇਂ ਲੱਗਦਾ, ਉਹ ਵੀ ਕਿਤੋਂ ਲੱਗਿਆ ਹੋਊਗਾ। ਇਹ ਤਾਂ ਪੂਰੀ ਚੇਨ ਬਣ ਜਾਂਦੀ ਹੈ ਫਿਰ। ਔਰ ਜਿਹੜੇ ਖਾਸ ਤੌਰ 'ਤੇ ਚਿੱਟਾ, ਸਮੈਕ, ਜਿਹੜੇ ਇਹ ਨਸ਼ੇ ਨੇ, ਇਹਦੇ ਤਾਂ ਫਿਰ ਬਹੁਤ ਸਾਰੇ ਪਲੇਅਰ ਜਾਣਬੁੱਝ ਕੇ ਲਵਾਉਂਦੇ ਨੇ। ਇੱਥੇ ਤਾਂ ਬੋਲਿਆ, ਇੱਥੇ ਇੱਕ ਪੁਲਿਸ ਦੇ ਉੱਤੇ ਕੇਸ ਹੋਇਆ ਸੀ, ਇਹਦੇ 'ਚ ਇੱਕ ਬੋਲਿਆ ਸੀ, ਕੁੜੀ ਬੋਲੀ ਸੀ, ਇੱਕ ਮੁੰਡਾ ਬੋਲਿਆ ਸੀ ਕਿ ਸਾਨੂੰ ਕਿਵੇਂ ਲਾਇਆ ਗਿਆ। ਯਾਨੀ ਇੱਕ ਵਾਰ ਤਾਂ ਸਵਾਦ ਲਈ ਕਹਿ ਦਿੰਦੇ ਨੇ ਕਿ ਦੇਖੋ ਤੁਸੀਂ ਕਰਕੇ, ਉਹ ਚੀਜ਼ ਹੀ ਇਹ ਜਿਹੜਾ ਇੱਕ ਵਾਰ ਟੱਚ ਕਰ ਲੈਂਦਾ ਮੁੜ ਕੇ ਉਹ 'ਚੋਂ ਨਿਕਲਦਾ ਨਹੀਂ ਗਾ। ਇਸ ਕਰਕੇ ਇਹ ਚੀਜ਼ਾਂ ਜ਼ਰੂਰੀ ਨੇ। ਜਿਹੜੇ ਵੇਚਦੇ ਆ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਕੀ ਲੱਗਦਾ ਜਿਹੜੀ ਸਿੱਖਿਆ ਪ੍ਰਣਾਲੀ ਆ ਸਾਡੀ, ਜਾਂ ਜਿਹੜੇ ਅਧਿਆਪਕ ਨੇ, ਉਹਨਾਂ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਬਣਦੀਆਂ ਨੇ? ਕਿਉਂਕਿ ਸਕੂਲਾਂ ਕਾਲਜਾਂ ਤੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ। ਬਿਲਕੁਲ, ਮੈਂ ਤਾਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਅੰਦਰ ਜਿਹੜੀ ਸਾਡੀ ਮੋਰਲ ਐਜੂਕੇਸ਼ਨ ਆ ਨਾ, ਉਹਦੀ ਘਾਟ ਆ ਗਈ। ਇਹ ਜਿਹੜੀ ਸਾਡੀ ਕਲਰਕੀ ਵਾਲੀ ਪੜ੍ਹਾਈ ਆ ਨਾ, ਮੈਕਾਲੇ ਕੀ ਕਰਕੇ ਗਿਆ, ਅੰਗਰੇਜ਼ਾਂ ਨੂੰ ਕਲਰਕ ਚਾਹੀਦੇ ਸੀ, ਉਹਨਾਂ ਨੇ ਸਾਡਾ ਪੜ੍ਹਾਈ ਦਾ ਸਿਸਟਮ ਬਣਾਇਆ ਕਿ ਸਾਨੂੰ ਕਲਰਕ ਪੈਦਾ ਹੁੰਦੇ ਰਹਿਣ, ਬਸ ਬੰਦੇ ਕਲਰਕ ਬਣਦੇ ਰਹਿਣ, ਟੈਕਨੀਕਲ ਕੰਮ ਕਰਦੇ ਰਹਿਣ, ਸਾਡਾ ਦਿਮਾਗ ਨਾ ਚਲਾਉਣ, ਬਸ ਉੱਥੋਂ ਤੱਕ ਸੀਮਤ। ਵੀ ਬਸ ਅਰਜੀ ਲਿਖੀ, ਮੋਹਰ ਲਵਾਈ, ਅੱਗੇ।
ਐਜੂਕੇਸ਼ਨ ਇਹ ਨਹੀਂ ਹੁੰਦੀ, ਮੈਂ ਬਾਰ-ਬਾਰ ਕਹਿਣਾ ਹੁੰਦਾ, ਟ੍ਰੇਨਿੰਗ ਆ। ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਐਜੂਕੇਸ਼ਨ ਨਹੀਂ ਹੈ, ਇਸੇ ਕਰਕੇ ਸਾਡੇ ਵਿਦਵਾਨ ਪੈਦਾ ਨਹੀਂ ਹੁੰਦੇ। ਇਸੇ ਕਰਕੇ ਮਤਲਬ ਕੀ ਹੈਗਾ ਸਾਡੇ ਇੱਥੇ ਸਕਾਲਰ ਬੰਦੇ ਨਾਲ ਵੀ ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਹੋਗੇ, ਉਹਦਾ ਲੈਵਲ ਜਦੋਂ ਆਪਾਂ ਦੇਖਦੇ ਹਾਂ, ਮਾਸਟਰ ਕੀਤੇ ਬੰਦੇ ਨਾਲ ਤੁਸੀਂ ਗੱਲ ਕਰਦੇ ਹੋ, ਕਿਸੇ ਵੀ ਚੀਜ਼ ਦੀ ਉਹਦੀ ਮਾਸਟਰ ਕੀਤੀ ਉਹਦੇ ਨਾਲ ਗੱਲ ਕਰ ਲਓ, ਉਹਨੂੰ ਗੱਲ ਨਹੀਂ ਆਉਂਦੀ ਹੁੰਦੀ। ਉਹ 4 ਕਿਤਾਬਾਂ 'ਤੇ ਰੱਟੇ ਮਾਰਨ ਤੋਂ ਬਿਨਾਂ ਜਿਹੜੇ ਉਹ ਰੱਟੇ ਭੁੱਲ ਜਾਂਦਾ ਉਹ ਬਾਅਦ 'ਚ। ਰੱਟੇ ਤਾਂ ਨੰਬਰ ਲੈਣ ਲਈ ਮਾਰੇ ਹੋਏ ਨੇ, 6 ਮਹੀਨੇ ਬਾਅਦ ਉਹਦੇ ਨਾਲ ਉਹ ਕਿਤਾਬਾਂ 'ਤੇ ਗੱਲ ਕਰੋ ਤਾਂ ਉਹ ਵੀ ਨਹੀਂ ਯਾਦ ਹੋਣੀਆਂ। ਉਹ ਵਿਸ਼ੇ ਦੇ ਬਾਰੇ ਮਾਸਟਰਸ, ਕਿਸੇ ਚੀਜ਼ ਦਾ ਮਾਸਟਰ ਹੋਣਾ, ਮਾਸਟਰ ਵਾਲੇ ਬੰਦੇ ਨਾਲ ਗੱਲ ਕਰਨਾ ਉਹਨੂੰ ਪਤਾ ਹੀ ਨਹੀਂ ਹੋਊਗਾ। ਐਮਫਿਲ ਵਾਲੇ ਨਾਲ, PhD ਵਾਲਿਆਂ ਨਾਲ ਆਪਾਂ ਰੋਜ਼ ਇੱਥੇ ਦੇਖਦੇ ਹਾਂ, ਕਿਉਂਕਿ ਸਾਡੀ ਐਜੂਕੇਸ਼ਨ ਨਹੀਂ ਹੈ, ਟ੍ਰੇਨਿੰਗ ਆ। ਜਦੋਂ ਤੱਕ ਸਾਡੇ ਮੋਰਲ ਐਜੂਕੇਸ਼ਨ ਨਹੀਂ ਹੋਏਗੀ, ਜਦੋਂ ਤੱਕ ਐਜੂਕੇਸ਼ਨ ਵਾਕਈ ਨਹੀਂ ਹੋਏਗੀ, ਇਹ ਟ੍ਰੇਨਿੰਗ ਕਰਾਈ ਜਾਂਦੇ ਨੇ। ਟ੍ਰੇਨਿੰਗ ਹੋਣਾ ਵੀ ਇੱਕ, ਇਹ ਨਹੀਂ ਕਹਿੰਦਾ ਮੈਂ ਟ੍ਰੇਨਿੰਗ ਕੋਈ ਘੱਟ ਚੀਜ਼ ਹੁੰਦੀ ਹੈ, ਟ੍ਰੇਨਿੰਗ ਵੀ ਹੋ ਸਕਦੀ ਹੈ, ਪਰ ਇੱਥੇ ਐਜੂਕੇਸ਼ਨ ਨਹੀਂ ਹੈ, ਟ੍ਰੇਨਿੰਗ ਆ। ਉਹ ਰੱਟੇ ਮਾਰੇ ਹੁੰਦੇ ਬੰਦੇ। ਮੈਂ ਕਹਿਣਾ ਹੁੰਦਾ ਗਾ ਕਿ ਯਾਰ ਤੁਸੀਂ 8ਵੀਂ ਜੋ ਪੜ੍ਹਿਆ ਸੀ ਉਹ ਤੋਂ 9ਵੀਂ ਯਾਦ ਨਹੀਂ ਹੁੰਦਾ, 9ਵੀਂ ਵਾਲਾ 10ਵੀਂ 'ਚ ਨਹੀਂ, 10ਵੀਂ 12ਵੀਂ ਜੋ ਤੁਹਾਡੇ ਹੁਣ ਤੱਕ ਕਲਾਸਾਂ ਪੜ੍ਹੀਆਂ ਤੁਹਾਡੇ ਯਾਦ ਆ ਕੁਛ? ਮੋਟੀਆਂ ਗੱਲਾਂ ਤੋਂ ਬਿਨਾਂ ਤੁਹਾਡੇ ਕੋਲ ਯਾਦ ਨਹੀਂ ਰਹਿੰਦਾ, ਕਿਉਂਕਿ ਤੁਹਾਡਾ ਉਹਦੇ ਨਾਲ ਰਿਸ਼ਤਾ ਉਸ ਤਰ੍ਹਾਂ ਦਾ ਨਹੀਂ ਸੀਗਾ। ਟ੍ਰੇਨਿੰਗ ਸੀਗੀ, ਐਂ ਪਤਾ ਹੁੰਦਾ ਸੀ ਆਹ ਲੈਣਾ, ਐ ਪੜ੍ਹਨਾ, ਨੰਬਰ ਲੈਣੇ ਆ ਬਸ। ਇਸ ਕਰਕੇ ਜਦੋਂ ਮੋਰਲ ਐਜੂਕੇਸ਼ਨ ਆਏਗੀ, ਜਦੋਂ ਐਜੂਕੇਸ਼ਨ ਦਾ ਰਿਸ਼ਤਾ ਸਮਾਜ ਨਾਲ, ਧਰਮ ਨਾਲ, ਸਾਡੀਆਂ ਸੰਸਥਾਵਾਂ ਨਾਲ ਹੋਏਗਾ, ਫਿਰ ਬੰਦਾ 100 ਚੀਜ਼ਾਂ ਉਹ ਕਰਦਾ। ਯੂਨੀਵਰਸਿਟੀਆਂ ਕਹਿੰਦੀਆਂ ਨੇ ਕਿ ਡਰੱਗ ਅਬਿਊਜ਼ ਅਸੀਂ ਵਿਸ਼ਾ ਲੈ ਕੇ ਆਏ ਹਾਂ, ਉਹਦੇ ਨਾਲ ਕੋਈ ਠੱਲ ਪਈ? ਉਹੀ ਗੱਲ ਆ, ਡਰੱਗ ਅਬਿਊਜ਼ ਵਿਸ਼ੇ ਨਾਲ ਨਹੀਂ ਨਾ, ਤੁਸੀਂ ਕਿਸੇ ਨੂੰ ਕਹਿਣ ਦੇ ਨਾਲ ਹੀ ਥੋੜ੍ਹੀ। ਹਾਲਾਂਕਿ ਇਹ ਬਹੁਤ ਵੱਡਾ ਸਵਾਲ ਹੈ, ਇਹ ਤਾਂ ਬਹੁਤ ਲਾਰਜਰ ਡਿਬੇਟ ਹੈ, ਇਹ 'ਚ ਮੈਂ ਨਹੀਂ ਜਾਊਂਗਾ, ਹੈ ਨਾ। ਜਿਵੇਂ ਸਮਾਜ ਜਦੋਂ ਤੋਂ ਬਣਿਆ ਉਦੋਂ ਤੋਂ ਨਸ਼ਾ ਹੈ। ਤੁਸੀਂ ਜਦੋਂ ਮਿਡੇਵਲ ਹਿਸਟਰੀ ਵੀ ਦੇਖਦੇ ਹੋਗੇ ਜਾਂ ਮੈਥੋਲੋਜੀ ਪੜ੍ਹ ਲਓ ਤੁਸੀਂ, ਹੈ ਨਾ। ਸਮਾਜ ਜਦੋਂ ਤੱਕ ਰਹੇਗਾ ਕਿ ਰਹੇਗਾ, ਨਸ਼ਾ ਮੁਕਤ ਸਮਾਜ ਕੋਈ ਹੋ ਸਕਦਾ, ਇਹ ਤਾਂ ਬਹੁਤ ਵੱਡੀ ਡਿਬੇਟ ਆ। ਪਰ ਗੱਲ ਹੁੰਦਾ ਕਿੰਨੀ ਕੁਆਂਟਿਟੀ ਦੇ ਅੰਦਰ ਕਿਹੜੀ ਡਰੱਗ ਆ ਕੇ ਕੀ ਕਰ ਰਹੀ ਹੈਗੀ, ਕਿਉਂ ਤੁਹਾਡਾ ਸਮਾਜ ਡਰੱਗ 'ਤੇ ਜਾ ਰਿਹਾ ਹੈਗਾ, ਇਹ ਤੁਹਾਡੇ ਲਈ ਵੱਡਾ ਸਵਾਲ ਆ। ਕਿਉਂ ਜਾ ਰਿਹਾ ਉਹ? ਜਿਹੜਾ ਮੈਂ ਕਹਿਣਾ ਗਾ ਕਿ ਸਮਾਜ ਅਗਰ ਕਿਸੇ ਨਸ਼ੇ 'ਤੇ ਜਾ ਰਿਹਾ, ਇੰਨੀ ਵੱਡੀ ਗਿਣਤੀ 'ਚ ਨੌਜਵਾਨ ਉੱਧਰ ਨੂੰ ਜਾ ਰਹੇ ਨੇ, ਉਹ 'ਚ ਕੁਛ ਲੋਕ ਹੋਣਗੇ ਜਿਹੜੇ ਲਾਲਚ 'ਚ ਲਾ ਲਏ ਹੋਣਗੇ, ਪਰ ਜਦੋਂ ਇਹ ਜਾਂਦਾ ਇਹ ਤੇ ਇੱਕ ਸਾਈਕੋਲੋਜੀ ਦਾ, ਇਹ ਸਾਡਾ ਇੱਕ ਵਿਸ਼ਾ ਹੈਗਾ ਜਿਹਦੇ ਉੱਤੇ ਇੱਕ ਸਟੱਡੀ ਹੋਣੀ ਚਾਹੀਦੀ ਹੈ, ਜਿਹਦੇ ਉੱਤੇ ਮੈਂ ਕਹਿਣਾ ਗਾ ਕਿ ਉਹ ਜਿਹੜੀ ਹੈਗੀ ਕਿ ਯੂਥ ਦੀ એનર્ਜੀ ਜਦੋਂ ਤੱਕ ਤੁਸੀਂ ਚੈਨਲਾਈਜ਼ ਨਹੀਂ ਕਰਦੇ, ਜਦੋਂ ਉਹ ਗਰਾਊਂਡਾਂ 'ਚ ਚੈਨਲਾਈਜ਼ ਹੋ, ਜਾਂ ਲਾਇਬ੍ਰੇਰੀਆਂ 'ਚ ਹੋ, ਜਾਂ ਕੋਈ ਪੋਇਟਰੀ 'ਚ ਹੋ, ਸੰਗੀਤ 'ਚ ਹੋ, ਕਿਤੇ ਤਾਂ ਹੋਊਗੀ ਨਾ ਜਿੱਥੇ ਆਪਦੀ એનર્ਜੀ ਚੈਨਲਾਈਜ਼ ਕਰੋ। એનર્ਜੀ ਚੈਨਲਾਈਜ਼ ਨਹੀਂ ਹੁੰਦੀ, ਉਹ ਇੰਨਾ એનર્ਜੈਟਿਕ ਬੰਦਾ ਫਿਰ ਜਾਂਦਾ ਪੁੱਠੇ ਪਾਸੇ ਚਲੇ ਜਾਂਦਾ। ਉਹੀ ਬੰਦੇ ਕਮਾਲ ਦੇ ਜਦੋਂ ਦੂਜੇ ਪਾਸੇ ਜਾਂਦਾ ਤਾਂ ਉਹ ਦੂਜੇ ਫੀਲਡਾਂ ਦੇ ਅੰਦਰ ਵੀ ਉਹ ਕਮਾਲ ਕਰਦੇ ਨੇ। ਇਸ ਕਰਕੇ ਜ਼ਰੂਰੀ ਹੈ ਕਿ ਇਹ ਸਾਰੀਆਂ ਗੱਲਾਂ ਦੇ ਉੱਤੇ ਇੱਕ ਮੋਰਲ ਜਿਹੜੀ ਐਜੂਕੇਸ਼ਨ ਆ ਗਈ, ਜਿਹੜਾ ਸਾਡਾ ਇਹ ਰੱਟਾਫਿਕੇਸ਼ਨ ਵਾਲੀ ਐਜੂਕੇਸ਼ਨ ਆ, ਜਿਹੜੀ ਟ੍ਰੇਨਿੰਗ ਆ ਗਈ, ਜਿਹਨੂੰ ਮੈਂ ਕਹਿੰਦਾ ਐਜੂਕੇਸ਼ਨ ਨਹੀਂ ਆ ਸਾਡੀ, ਇਹ ਟ੍ਰੇਨਿੰਗ ਆ। ਸਾਡੇ ਬੰਦੇ ਟ੍ਰੇਨਡ ਹੁੰਦੇ ਨੇ, ਟ੍ਰੇਨਿੰਗ ਕਰਦੇ ਨੇ, PhD ਦੀ ਵੀ ਟ੍ਰੇਨਿੰਗ ਕਰ ਲੈਂਦੇ ਨੇ, MPhil ਦੀ ਵੀ ਟ੍ਰੇਨਿੰਗ ਕਰ ਲੈਂਦੇ ਨੇ, MA ਦੀ ਵੀ ਟ੍ਰੇਨਿੰਗ ਕਰ ਲੈਂਦੇ ਨੇ। ਇਹ ਤਰਾਸਦੀ ਆ ਸਾਡੀ, ਮਤਲਬ ਟੀਚਰਾਂ ਦਾ ਕਸੂਰ ਨਹੀਂ ਹੈਗਾ ਜਾਂ ਯੂਨੀਵਰਸਿਟੀਆਂ ਦਾ, ਤਾਂ ਪੂਰਾ ਜਿਹੜਾ ਸਾਡਾ ਹੋਲ ਸਿਸਟਮ ਬਣਿਆ ਹੋਇਆ ਵਾ, ਉਹਦੇ 'ਚੋਂ ਕੁਛ ਟੀਚਰ ਹੁੰਦੇ ਨੇ, ਕੁਛ ਸੰਸਥਾਵਾਂ ਹੁੰਦੀਆਂ ਨੇ ਜਿਹੜੇ ਆਪਦੇ ਬੱਚੇ ਕੱਢ ਕੇ ਲਿਆਉਂਦੀਆਂ ਨੇ, ਜਿਹੜੇ ਕਿਸੇ ਵੀ ਬੱਚੇ ਨੂੰ, ਜਿਵੇਂ ਜਰਨਲਿਸਟ ਬਾਰੇ ਕਹਿਣਾ ਹੁੰਦਾ, ਜਿਹੜੇ ਜਰਨਲਿਸਟ ਨੂੰ ਇਕਨੋਮਿਕਸ ਤੋਂ ਲੈ ਕੇ ਸਾਈਕੋਲੋਜੀ ਤੱਕ ਬਾਰੇ ਨਹੀਂ ਪਤਾ, ਜਿਹਦੇ ਇੰਟਰਸਟ ਨਹੀਂ ਹੈਗੇ, ਉਹ ਕਦੇ ਜਰਨਲਿਸਟ ਨਹੀਂ ਬਣੂਗਾ। ਜੇ ਜਰਨਲਿਸਟ ਉਹ ਬਣ ਹੀ ਨਹੀਂ ਸਕਦਾ ਜਿਹੜਾ ਸਾਰੀਆਂ ਚੀਜ਼ਾਂ ਨੂੰ ਇੱਕ ਦੂਜੇ ਨਾਲ ਨਹੀਂ ਜੋੜ ਸਕਦਾ। ਸਾਰੀਆਂ ਚੀਜ਼ਾਂ ਨਾਲ ਇੱਕ ਦੂਜੇ ਨਾਲ ਉਹ ਜੋੜੂਗਾ ਜਿਹਦਾ ਸਾਰੇ ਵਿਸ਼ਿਆਂ ਦੇ ਅੰਦਰ ਇੰਟਰਸਟ ਹੋਊਗਾ, ਸਮਝਣ ਦੀ ਕੋਸ਼ਿਸ਼ ਕਰੂਗਾ। ਜਿਹੜਾ ਇਹ ਨਹੀਂ ਕਿ ਮਾਸ ਕਮਿਊਨੀਕੇਸ਼ਨ ਦੀ MA ਕਰਕੇ ਰੱਟਾ ਮਾਰ ਕੇ ਆ ਜਾਊਗਾ, ਉਹ ਜਰਨਲਿਸਟ ਥੋੜ੍ਹੀ ਬਣੂਗਾ। ਇਸ ਕਰਕੇ ਸਾਰੀਆਂ, ਮੈਂ ਤਾਂ ਆਪਦੇ ਫੀਲਡ ਬਾਰੇ ਕਹਿ ਰਿਹਾ, ਹੋਰਾਂ ਬਾਰੇ ਵੀ ਇਹੀ ਗੱਲ ਉਹ ਹੁੰਦੀ ਹੈ। ਮਤਲਬ ਕੋਈ ਲਿਟਰੇਚਰ ਦੇ ਅੰਦਰ ਪੰਜਾਬੀ ਦੀ MA ਕਰ ਲੈਂਦਾ ਜਾਂ MPhil ਕਰ ਲੈਂਦਾ, ਗੱਲ ਇਹ ਨਹੀਂ ਆ। ਗੱਲ ਹੈ ਕਿ ਤੁਹਾਡਾ ਲਿਟਰੇਚਰ ਦੇ ਨਾਲ ਰਿਸ਼ਤਾ ਕੀ ਆ ਗਿਆ, ਇੰਗਲਿਸ਼ ਲਿਟਰੇਚਰ ਦੇ ਨਾਲ, ਦੁਨੀਆ ਦੇ ਲਿਟਰੇਚਰ ਦੇ ਨਾਲ, ਹੈ ਨਾ, ਸਾਡੇ ਮਿਡੇਵਲ ਲਿਟਰੇਚਰ ਦੇ ਨਾਲ, ਹਰ ਚੀਜ਼ ਦੇ ਨਾਲ ਤੁਹਾਡਾ ਰਿਸ਼ਤਾ ਕੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਇਹ ਚੀਜ਼ਾਂ ਤਾਂ ਹੀ ਠੀਕ ਹੋਣਗੀਆਂ। ਨਸ਼ੇ ਵਾਲਾ ਮਸਲਾ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ ਉਹ ਤਾਂ ਹੀ ਹੋਊਗਾ ਜੇ ਉੱਥੇ ਇੱਕ ਮੋਰਲ ਲੈਵਲ ਦੇ ਉੱਤੇ, ਮੋਰਲ ਐਜੂਕੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਨੈਤਿਕਤਾ ਥੋਪ ਦਿੱਤੀ ਗਈ ਹੈ, ਉਹ ਵੀ ਗਲਤ ਹੈਗਾ। ਜਿਵੇਂ ਕਈ ਵਾਰ ਨੈਤਿਕ ਤੌਰ 'ਤੇ ਥੋਪ ਦਿੱਤਾ ਜਾਂਦਾ ਗਾ, ਥੋਪਣ ਨਾਲ ਨਹੀਂ ਕੁਛ ਹੁੰਦਾ। ਮੈਂ ਦੇਖਦਾ ਹੁੰਦਾ ਬਹੁਤ ਸਾਰੇ ਜਿਹੜੇ ਯੰਗ ਉਮਰ ਦੇ ਅੰਦਰ ਕਦੇ ਕਿਸੇ ਦਾ ਮਤਲਬ, ਕਈ ਬਹੁਤ ਸਾਰੇ ਮੈਂ ਜਾਣਦਾ ਜਿਨ੍ਹਾਂ ਦੇ ਅਮਰ ਛਕੇ ਹੋਏ ਸੀ, ਅੱਜ ਨਹੀਂ ਹੈਗੇ, ਘਰਦਿਆਂ ਨੇ ਛਕਾਤਾ, ਬਾਅਦ 'ਚ ਉਹਨੇ ਨਹੀਂ ਰੱਖਿਆ। ਬਹੁਤ ਸਾਰੇ ਇਹੋ ਜਿਹੇ ਮੈਂ ਜਾਣਦਾ ਗਾ ਜਿਹੜੇ ਬੜੇ ਐਂ ਲੱਗਦਾ ਹੁੰਦਾ ਸੀ 8ਵੀਂ 9ਵੀਂ 10ਵੀਂ 'ਚ ਬੜੀ ਆਪਦੀ ਕੋਈ ਗੱਲ ਮਾਪਿਆਂ ਨੇ ਰੱਟਾ ਲਵਾਇਆ ਹੁੰਦਾ ਸੀਗਾ, ਉਹ ਹੁਣ ਨਹੀਂ ਆ ਉਵੇਂ ਬੰਦੇ। ਬੰਦਾ ਤਾਂ ਜੋ ਹੁੰਦਾ ਗਾ ਉਹਨੇ ਉਵੇਂ ਹੀ ਹੋਣਾ ਹੁੰਦਾ ਨਾ। ਇਹ ਬੰਦਾ ਕੀ ਹੁੰਦਾ, ਇਹ ਤਾਂ ਸਭ ਤੋਂ ਵੱਡਾ ਸਵਾਲ ਆ ਦੁਨੀਆ ਦਾ। ਇਸ ਕਰਕੇ ਇਹ ਚੀਜ਼ਾਂ ਦੇ ਬਾਰੇ ਇੱਕ ਹੋਲਿਸਟਿਕ ਸਮਝ, ਨੈਤਿਕਤਾ ਦਾ ਮਤਲਬ ਨਹੀਂ ਕਿ ਥੋਪ ਦੇਣਾ ਚਾਹੀਦਾ ਕੋਈ, ਪਰ ਇੱਕ ਟੋਟੈਲਿਟੀ ਜਦੋਂ ਰਿਸ਼ਤਾ ਹੋਏਗਾ, ਉਸ ਐਜੂਕੇਸ਼ਨ ਦਾ ਮੋਰਲੀ ਇੱਕ ਸਮਾਜ ਨਾਲ ਰਿਸ਼ਤਾ ਹੋਏਗਾ, ਚੀਜ਼ਾਂ ਨਾਲ ਹੋਏਗਾ, ਤਾਂ ਚੀਜ਼ਾਂ ਬਿਹਤਰ ਹੋਣਗੀਆਂ। ਸ਼ਾਇਦ ਸਮਾਜ ਇੱਧਰ ਨੂੰ ਇਸ ਤਰੀਕੇ ਨਾਲ ਨਹੀਂ ਜਾਏਗਾ, ਤਾਂ ਨਸ਼ੇ ਦਾ ਮਸਲੇ ਦਾ ਹੱਲ ਵੀ, ਬਾਕੀ ਚੀਜ਼ਾਂ ਦਾ ਹੱਲ ਵੀ ਉੱਥੇ ਪਿਆ ਜਦੋਂ ਅਸੀਂ ਹੋਲਿਸਟਿਕਲੀ ਸਾਰੇ ਸਮਾਜ ਨੂੰ ਹੋਲਿਸਟਿਕ ਤੌਰ ਦੇ ਉੱਤੇ ਅੰਡਰਸਟੈਂਡ ਕਰਾਂਗੇ ਅਤੇ ਉਹਨੂੰ ਸਮਝਾਂਗੇ।
ਜੀ। ਤਾਂ ਜਿਸ ਤਰੀਕੇ ਦੇ ਨਾਲ ਨਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ, ਤਾਂ ਕੀ ਨਸ਼ਾ ਰੁਕੇਗਾ ਜਾਂ ਨਹੀਂ ਰੁਕੇਗਾ, ਕਿਉਂਕਿ ਸਮਾਜਿਕ ਚੇਤਨਾ ਦੀ ਵੀ ਲੋੜ ਹੈ, ਸਾਡੀ ਸਿੱਖਿਆ ਪ੍ਰਣਾਲੀ ਨੂੰ ਵੀ ਠੀਕ ਕਰਨ ਦੀ ਲੋੜ ਹੈ, ਤੇ ਨਾਲ ਹੀ ਨਾਲ ਸਾਡੀਆਂ ਸਮਾਜਿਕ ਜੋ NGOs ਨੇ ਜਾਂ ਸਾਡੇ ਸਮਾਜ ਦੀਆਂ ਵੀ ਵੱਡੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਕਿ ਉਹਨਾਂ ਲੋਕਾਂ ਨੂੰ ਜੋ ਪੀੜਤ ਨੇ ਕਿਵੇਂ ਟਰੀਟ ਕਰਨਾ ਤੇ ਕਿਵੇਂ ਨਸ਼ੇ ਨੂੰ ਰੋਕਿਆ ਜਾ ਸਕੇ।